ਹੈਲੋ ਮਾਈ ਡੀਅਰ ਸਟੂਡੈਂਟਸ ਆਫ 10th ਕਲਾਸ। ਬੇਟਾ ਜੀ NTSC ਜਿਹੜੀ ਐਗਜ਼ਾਮ ਦੀ ਅਸੀਂ ਤੁਹਾਡੀ ਪ੍ਰੈਪਰੇਸ਼ਨ ਕਰਾ ਰਹੇ ਹਾਂ, ਕੱਲ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਗ੍ਰੈਵੀਟੇਸ਼ਨ ਚੈਪਟਰ ਦੀ ਅਸਾਈਨਮੈਂਟ, ਔਰ ਅੱਜ ਉਹਦੇ ਹੀ ਰਿਲੇਟਿਡ MCQs ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ। NTSC MCQs ਚੈਪਟਰ 10th ਗੁਰਤਾਕਰਸ਼ਕ, ਮਿਤੀ 14/10/2020 ਦੀ ਤੁਹਾਡੀ ਅਸਾਈਨਮੈਂਟ ਸੀ। ਔਰ ਚਲੋ ਜੀ ਆਪਾਂ ਡਿਸਕਸ ਕਰਦੇ ਹਾਂ। ਪਹਿਲਾ ਕੁਐਸਚਨ ਹੈ ਸਹੀ ਸੰਬੰਧ ਚੁਣੋ। पहला क्वेश्चन है सही संबंध चुनो। F इज इक्वल्स टू जी डी स्क्वायर M इंटू M। और सेकेंड है तो जी F इज इक्वल्स टू तो है G इज इक्वल्स टू जी M ओवर R स्क्वायर, G इज इक्वल्स टू G और उपरोक्त सारे। और तुहानू भी पता है कि जिहड़ा सही रिलेशन है वो किदा है, सही संबंध किदा है जी। सही संबंध आपां फॉर्मूला कीता सी F इज इक्वल्स टू जी M ओवर D स्क्वायर और R स्क्वायर। ਇਹਦਾ मतलब सही संबंध ਕਿਹੜਾ ਹੈ जी, G इज इक्वल्स टू एफ डी ओवर MM स्क्वायर, ਜਿਹਦੇ ਚ ਤੁਹਾਡਾ ਕੀ ਹੋ ਜਾਏਗਾ ਜੀ, ਜਦੋਂ M ਤੇ M ਇੱਧਰ ਜਾਣਗੇ देयर इज अ रिलेशन दैट इज दिस F इज इक्वल्स टू G M ओवर D स्क्वायर। ਇਹਦਾ मतलब ਜਿਹੜਾ ਸਾਡਾ ਸਹੀ ਹੈ ਉਹ ਪਹਿਲਾ ਆਨਸਰ ਹੈ, दैट इज A ऑप्शन। ठीक है जी। अगली गल करते हैं कि जेकर दो वस्तुआं विचकार गुरुता आकर्षक बल F होवे ਤਾਂ ਉਹਨਾਂ ਵਸਤੂਆਂ ਦੇ ਪੁੰਜ ਨੂੰ ਜੇਕਰ ਅੱਧਾ ਕਰ ਦਿੱਤਾ ਜਾਵੇ ਪਰੰਤੂ ਦੂਰੀ ਨਾ ਬਦਲੀ ਜਾਵੇ ਤਾਂ ਗੁਰਤਾਕਰਸ਼ਣ ਬਲ ਕੀ ਹੋਵੇਗਾ। ਬੇਟਾ ਜੀ ਦੂਰੀ ਉਹਨਾਂ ਨੇ ਨਹੀਂ ਬਦਲੀ, ਪੁੰਜ ਨੂੰ ਕੀ ਕਰਤਾ, ਅੱਧਾ। ਤੁਹਾਨੂੰ ਫਾਰਮੂਲਾ ਹੁਣੇ ਉਤਲੇ ਕੁਐਸਚਨ ਚ ਆਪਾਂ ਕੀਤਾ G M ਓਵਰ M D ਸਕੁਅਰ, ਦੂਰੀ ਨਹੀਂ ਬਦਲੀ ਗਈ ਤੇ ਮਾਸਸ ਨੂੰ ਅੱਧਾ ਕਰ ਦਿੱਤਾ ਗਿਆ। ਮਾਸਸ ਨੂੰ ਅੱਧਾ ਕਰ ਦਿੱਤਾ ਗਿਆ मतलब M ਨੂੰ ਵੀ M/2 ਤੇ M/2। ਇਹਦਾ मतलब 2 into 2, 2 into 2 is your 2 into 2 4। ਇਹਦਾ मतलब ਇਹ ਕੀ ਹੋਗੀ ਤੁਹਾਡੀ ਜੀ, ਇਹ ਹੋਗੀ ਤੁਹਾਡੀ ओरिजिनल फोर्स। ਇਹ ਤੁਹਾਡੀ ਕੀ ਹੋਗੀ ਜੀ, ओरिजिनल फोर्स। ਇਹਦਾ मतलब फोर्स 1/4 ਹੋ ਜਾਏਗੀ। ਜੇਕਰ ਤੁਸੀਂ ਦੋ ਵਸਤੂਆਂ ਦਾ ਜਿਹੜਾ ਵਿਚਕਾਰ ਗੁਰਤਾਕਰਸ਼ਕ ਬਲ F ਹੋਵੇ ਤੇ ਜੇ ਤੁਸੀਂ ਉਹਨਾਂ ਦੇ ਪੁੰਜ ਨੂੰ ਅੱਧਾ ਕਰ ਦੋ ਤੇ ਜਿਹੜੀ ਤੁਹਾਡੀ ਗੁਰਤਾਕਰਸ਼ਕ ਬਲ ਹੈ ਉਹ ਕੀ ਹੋ ਜਾਏਗਾ ਜੀ, F/4 F/2F के 2F ਕੀ ਆਨਸਰ ਹੈ ਤੁਹਾਡਾ F/4। ਤੀਜੇ ਕੁਐਸਚਨ ਦੀ ਗੱਲ ਕਰਾਂਗੇ। ਵਸਤੂ ਤੇ ਲੱਗ ਰਿਹਾ ਉਛਾਲ ਬਲ U ਹੈ। ਜੇਕਰ 1/4 ਹੋਵੇ ਜਦੋਂ ਵਸਤੂ ਹਵਾ ਵਿੱਚ ਹੈ ਤਾਂ ਜਦੋਂ ਵਸਤੂ ਦਰਵ ਵਿੱਚ ਹੋਵੇਗੀ ਤਾਂ ਉਸ ਦੇ ਭਾਰ ਵਿੱਚ ਕਮੀ ਹੋਵੇਗੀ। ਉਛਾਲ ਬਲ ਤੁਹਾਨੂੰ ਦਿੱਤਾ ਹੈ ਜੀ U। ਠੀਕ ਹੈ ਜੀ। ਵਸਤੂ ਦਾ ਤੁਹਾਨੂੰ ਜਿਹੜਾ ਭਾਰ ਹੈ 1/4 ਹੋਵੇ ਜਦੋਂ ਵਸਤੂ ਹਵਾ ਵਿੱਚ ਹੋਵੇ, ਯਾਨੀ ਕਿ ਤੁਹਾਨੂੰ ਪਤਾ ਹੈ weight in liquid ਕਿਹਦੇ ਬਰਾਬਰ ਹੁੰਦਾ ਜੀ, ਹਾਂ ਜੀ weight in liquid द्रव च कढ़ना ना, weight in liquid is equal to weight in air। weight in air माइनस ਤੁਹਾਡੀ ਕੀ ਹੈ ਜੀ ਉਛਾਲ ਬਲ ਅਪ ਥਰਸਟ, ਮਾਈਨਸ ਤੁਹਾਡੀ ਕੀ ਹੈ ਅਪ ਥਰਸਟ। weight in air ਕਿੰਨਾ ਉਹਦਾ ਮੰਨ ਲਓ W ਹੈ ਤੇ ਅਪ ਥਰਸਟ W/4 ਤੇ ਕਿੰਨਾ ਆਨਸਰ ਆ ਜਾਏਗਾ ਬੇਟਾ ਜੀ 3/4 W, यानी ਉਹਦਾ द्रव ਦੇ ਵਿੱਚ ਕਿੰਨੇ ਭਾਰ ਚ ਕਮੀ 3/4 W। ਆਨਸਰ ਕਿਹੜਾ ਸਹੀ ਹੋਇਆ ਜੀ 1/4 W 3/4 1/2 2, इट इज 3/4 W। ठीक है। चलो जी चौथे क्वेश्चन ਨੂੰ डिस्कस ਕਰਦੇ ਹਾਂ। ਜਦੋਂ ਕੋਈ ਵਸਤੂ ਪਾਣੀ ਵਿੱਚ ਤੈਰਦੀ ਹੈ ਤਾਂ ਉਸਦਾ ਪੁੰਜ W ਹੈ ਤੇ ਉਛਾਲ ਬਲ U ਹੈ। ਇਹ ਕਿਸ ਸੰਬੰਧ ਨਾਲ ਹੋਵੇਗਾ ਬੇਟਾ ਜੀ, ਤੁਹਾਨੂੰ ਪਤਾ ਹੈ ਕਿ ਬੋਡੀ ਆਲਵੇਸ ਫਲੋਟ, ਜਿਹੜੀ ਵਸਤੂ ਹੈ ਪਾਣੀ 'ਚ ਉਦੋਂ ਹੀ ਤੈਰਦੀ ਹੈ ਜਦੋਂ ਉਛਾਲ ਬਲ ਕੀ ਹੋਵੇ ਜੀ, ਉਛਾਲ ਬਲ ਉਸਦੇ ਜਿਹੜੇ ਪੁੰਜ ਤੋਂ ਜਾਂ W ਤੋਂ ਉਸ ਤੋਂ ਵੱਧ ਹੋਵੇ। ਠੀਕ ਹੈ ਨਾ। ਦੇਖੋ ਜੀ U is greater than W, U is equal to U less than W, U greater than equal to W। ਤਾਂ ਸਾਡਾ ਆਨਸਰ ਕਿਹੜਾ ਸਹੀ ਹੈ A, that is ਕਿ ਜਿਹੜੀ ਤੁਹਾਡੀ ਬੋਡੀ ਹੈ ਉਦੋਂ ਹੀ ਫਲੋਟ ਕਰੇਗੀ, ਉਦੋਂ ਹੀ ਤੈਰੇਗੀ ਜਦੋਂ ਤੁਹਾਡਾ U greater ਹੋਵੇਗਾ W ਤੋਂ। ਅਗਲਾ ਕੁਐਸਚਨ ਡਿਸਕਸ ਕਰਦੇ ਹਾਂ। 5th ਧਰਤੀ ਦੇ ਜੇ ਕੋਈ ਵਿਅਕਤੀ 1 m ਉੱਚੀ ਉਛਾਲ ਲਾਉਂਦਾ ਹੈ। ਠੀਕ ਹੈ ਜੀ। ਕੋਈ ਵਸਤੂ ਧਰਤੀ ਤੇ ਕੋਈ ਵੀ ਵਿਅਕਤੀ ਹੈ ਧਰਤੀ ਤੇ 1 ਮੀਟਰ ਉੱਚੀ ਉਛਾਲ ਲਾਉਂਦਾ ਤੇ ਚੰਦਰਮਾ ਤੇ ਉਹ 6 ਮੀਟਰ ਉੱਚੀ ਛਲਾਂਗ ਲਗਾਏਗਾ ਤਾਂ ਚੰਨ ਤੇ ਗੁਰਤਾਕਰਸ਼ਕ ਬਲ ਅਤੇ ਧਰਤੀ ਦੁਆਰਾ ਲਗਾਇਆ ਜਾਂਦਾ ਤਾਂ ਉਹ ਕੀ ਹੋਏਗਾ। ਠੀਕ ਹੈ ਜੀ। ਬੇਟਾ ਜੀ ਤੁਹਾਨੂੰ ਪਤਾ ਹੈ ਕਿ ਇਹ ਫਾਰਮੂਲਾ ਲੱਗਦਾ ਹੈ ਕਿ ਹਾਈਟ ਇਜ਼ ਇਕੁਅਲ ਟੂ U ਸਕੁਅਰ ਓਵਰ 2G। ਇਹਦਾ मतलब ਹਾਈਟ ਜਿਹੜੀ ਹੈ ਉਹ ग्रेविटेशन ਜਿਹੜੀ G है साडा गुरुत्वाकर्षक बल है ਉਹਦੇ इनवर्सली प्रोपोर्शनल है। ठीक है जी। ਜਦੋਂ ਇਹ इनवर्सली प्रोपोर्शनल है ਤੇ ਇਹਦਾ मतलब ਹਾਈਟ ਜਿਹੜੀ ਅਰਥ ਤੇ ਹੈ ਤੇ ਹਾਈਟ ਜਿਹੜੀ ਮੂਨ ਤੇ ਹੈ that is GM over G, ਕਿਉਂਕਿ इनवर्सली प्रोपोर्शनल है HM ਤੇ GM। ਇਹਦਾ मतलब GM over GE ਕੀ ਆਏਗੀ, हाइट उन्हें
ते किन्ना जी 1 मीटर लाया है ना, ते चंद्रमा ते किन्ना ऑब्वियस है 6, ठीक है ना, 6 मीटर उन्हें उच्ची छलांग लाई। ਇਹਦਾ मतलब GM इज इक्वल्स टू 1/6 GE। ਇਹਦਾ मतलब साडा केड़ा आंसर सही है जी, A 6 दिता, B 1/6 दिता ते तुहाडा C दिता 0.6 ते D दिता 0.06। साडा केड़ा आंसर सही है, B 1/6। धरती वल सुतंत्र डिगदी हुई वस्तु की दर्शाती है, एक समान चाल, एक समान वेग, एक समान प्रवेग, कोई भी नहीं। तुहानू पता है कि कोई फ्री फॉल बॉडी है, इंडिपेंडेंट बॉडी, तो वो की करेगी, एक समान चाल, वेग, एक समान प्रवेग, बेटा जी कोई भी नहीं। इन्हां चों की तुहानू पता है कि जो वस्तु स्वतंत्र रूप से डिगदी है तो उसकी जिहड़ी वेलोसिटी वो कॉन्टीन्यूअसली इंक्रीज करती है, पर उसकी प्रवेग की रहेगा, ਉਹਦਾ प्रवेग की रहेगा एक समान। ਇਹਦਾ मतलब ना ਉਹਦੀ चाल समान रहेगी, ना ਉਹਦਾ की एक्सेलरेशन, प्रवेग इज योर एक्सेलरेशन, कांस्टेंट एक्सीलेशन, मतलब एक समान एक्सीलेशन रहेगा क्योंकि ਉਹਦੀ ਜਿਹੜੀ वेलोसिटी ਉਹ ਕੰਟੀਨਿਊਸਲੀ ਕੀ ਕਰ ਰਹੀ ਹੈ, ਇਨਕਰੀਜ਼ ਕਰ ਰਹੀ ਹੈ। ਅੱਛਾ ਜੀ, ਜੇਕਰ ਕਿਸੇ ਵਸਤੂ ਦਾ ਪੁੰਜ 5 ਕਿਲੋ ਹੈ ਤਾਂ ਉਸ ਦਾ ਭਾਰ ਕਿੰਨਾ ਹੋਵੇਗਾ। ਵੈਰੀ ਸਿੰਪਲ, ਤੁਹਾਨੂੰ ਫਾਰਮੂਲਾ ਦੱਸਿਆ ਹੋਇਆ, weight is equals to mass into your gravitational this G, that is ਗੁਰਤਾਕਰਸ਼ਕ ਜਿਹੜਾ ਸਾਡੇ ਕੋ ਹੈਗਾ 5 into 9.8, ठीक है जी। 5 into 9 weight ਤੁਹਾਡਾ ਕੀ ਉਹਨੇ ਤੁਹਾਡਾ ਦਿੱਤਾ, ਪੁੰਜ ਕਿੰਨਾ ਦਿੱਤਾ, that is mass 5, ਤੇ ਭਾਰ ਤੁਸੀਂ ਕੱਢਣਾ 5 into 9.8, it is 49 न्यूटन। न्यूटन क्यों लिखा, बिकॉज it is also force, ठीक है ना। तो 49 न्यूटन ਤੁਹਾਡਾ ਜਿਹੜਾ ਹੈ वो आंसर आ जाएगा, ना 55 ना 5 ना इन्हां चों कोई नहीं, क्योंकि सिंपल फार्मूला लाया, दैट इज भार तुहाडा किहदे बराबर है, पुंज गुणा जी। गुरुत्वाकर्षक बल कारण होने वाली क्रियावां, ज्वार भाटा, चंद की गति, कोई भी नहीं, दोनों। बेटा जी मैं तुहानू कल आपां असाइनमेंट च पढ़िया कि ज्वार भाटा दैट इज टाइडल वेव्स ते चंद की गति सारे ही गुरुत्वाकर्षक करके हुंदे हन, इसलिए इहदा आंसर किहड़ा है, डी, दोनों ही। सोने का सपेखिक घनता 19.3 है, जेकर पानी की घनता 1000 किलोग्राम मीटर पर क्यूब है तो सोने की घनता पता करो। तुहानू फॉर्मूला करवाया सी जी सपेखी घनता रैलेटिव डेंसिटी का लास्ट, दैट इज किन्नी डेंसिटी है मैटर की, इत्थे तुहानू सोना दिता जी डैट ओवर किन्ना तुहाडी डेंसिटी है जिहड़ी है वो पानी की है। हुण रैलेटिव डेंसिटी तुहानू सोने की दित्ती 19.3, मैटर की तुसी कढ़नी है इत्थों डेंसिटी, है ना जी, तो इत्थे तुहानू पानी की डेंसिटी दित्ती हुई है 10 की बेस पावर 3 किलोमीटर पर क्यूब, तो तुसी डेंसिटी ऑफ मैटर किद्दां कड्डोगे जी, 19.3 इत्थे जाके इधर डिवाइड है, उधर जाके की हो जाएगा गुणा, गुणा, दैट इज 19.3 गुणा 10 की बेस पावर 3 किलोग्राम पर मीटर क्यूब। केड़ी ऑप्शन है जी इचों, हाँ देखो रैलेटिव डेंसिटी की कोई यूनिट नहीं होंगी, इत्थे तुसी डेंसिटी कड्डी है ना, तो उसकी यूनिट क्या आ गई जी, किलोग्राम पर मीटर क्यूब। इसका मतलब तुहाडा आंसर किहड़ा सही होया, 19.3 इंटू 10 की बेस पावर 3 किलोग्राम पर मीटर क्यूब। चलो जी 10th क्वेश्चन की गल करते हैं, उछाल बल की SI की इकाई की है जी। बेटा जी तुहानू पता है उछाल आपां बल कह रहे हैं, फोर्स कह रहे हैं, तो ऑब्वियस है फोर्स की जिहड़ी SI इकाई की होंदी है ना, न्यूटन सॉरी न्यूटन पास्कल, न्यूटन मीटर पर स्क्वायर के उपरोक्त सारे, तो तुहानू पता जी फोर्स की इकाई होंदी है न्यूटन। 11th क्वेश्चन की गल करांगी तुहाडे नाल, सर्वव्यापी गुरुत्वाकर्षक बल अनुसार ये है कि ये बल सानू धरती नाल बन्नी रखता है, चंद की धरती या ग्रह दुआले गति, समुंदर विच सूरज ते चंद कारण ज्वार भाटा दीयां लहरां के सारे ही। तुहानू मैं पहले भी दस चुकी हाँ, जिहड़ा सर्वव्यापी गुरुत्वाकर्षक बल है उहदे करके सारियां एक्टिविटीज़ हुंदियां, धरती सानू बन्नी रखती है, चंद जिहड़ा धरती ते ग्रह दे आले दुआले गति करदा, समुंदर विच सूरज ते चंद कारण ज्वार भाटा ते लहरां हुंदियां। इहदा मतलब इहदा आंसर की आना, सारे ही। अच्छा जी, जी का मुल की होवेगा। बेटा जी ये भी क्वेश्चन बहुत इंपॉर्टेंट है, भूमध रेखा नालों ध्रुवा ते वध होवेगा, ध्रुवा नालों भूमध रेखा ते वध होगा, भूमध रेखा ते दक्षिणी ध्रुव नालों, भूमध रेखा ते जीरो नालों। बेटा जी तुहानू पता है जिहड़ा ए है जी है वो भूमध रेखा जिहड़ी ग्रेटर हुंदी है पोल्स, है ना, पोल्स दे नालों इक्वेटर ते जिहड़ा है ग्रेटर होएगा पोल ते दैन इक्वेटर। क्यों, क्योंकि तुहानू पता जिहड़ा मैं कल भी कराया सी, धरती कॉन्सटेंट जिहड़ा सफीयर नहीं है, ते जिहड़ा आर इनक्रीज करदा, रेडियस इनक्रीज करी जाता है फ्रॉम पोल टू इक्वेटर, है ना, फ्रॉम पोल्स टू इक्वेटर जिहड़ा है रेडियस इनक्रीज करी जाता है। और तुहानू पता है G इज इक्वल्स टू GM ओवर R स्क्वायर, ਇਹਦਾ मतलब G इज इनवर्सली प्रोपोर्शनल टू R स्क्वायर। जिथे रेडियस इनक्रीज करेगा उत्थे G की वैल्यू की होएगी, उत्थे G की वैल्यू की होएगी
घट होएगी। ਇਹਦਾ मतलब ਭੂਮੱਧ ਰੇਖਾ ਨਾਲੋਂ ਜਿਹੜਾ ਧਰੁਵ ਤੇ ਹੈ ਜਿਹੜਾ ਇਟ ਇਜ਼ ਗ੍ਰੇਟਰ ਐਟ ਪੋਲਸ, ਜਿੱਥੇ ਆਰ ਦੀ ਵੈਲਿਊ ਵੱਧ ਹੋਏਗੀ ਉੱਥੇ ਜੀ ਦੀ ਵੈਲਿਊ ਘੱਟ ਹੋਏਗੀ, ਜਿੱਥੇ ਜੀ ਦੀ ਵੈਲਿਊ ਵੱਧ ਹੋਏਗੀ ਉੱਥੇ ਆਰ ਦੀ ਵੈਲਿਊ ਘੱਟ ਹੋਏਗੀ। ਇਹਦਾ मतलब ਭੂਮੱਧ ਰੇਖਾ ਨਾਲੋਂ ਧਰੁਵਾਂ ਤੇ ਵੱਧ ਹੋਵੇਗਾ, दैट इज ग्रेटर एट पोल्स दैन इक्वेटर। चलो जी अगे गल करते हैं 13वें क्वेश्चन की। एक वस्तु ਨੂੰ 10 मीटर की उचाई तक सुटिया जाता है तो इस ਲਈ ਹੇਠਾਂ ਲਿਖੀਆਂ ਵਿੱਚੋਂ ਕਿਹੜਾ ਕਥਨ ਸੱਚ ਹੈ? ਮੁੱਢਲਾ ਵੇਗ 14 मीटर पर सेकंड स्क्वायर, अंतिम वेग 0, उच्चतम बिंदु तक पहुंचने ਲਈ ਸਮਾਂ 1.47 सेकंड ਤੇ प्रवेग प्लस 9.8 मीटर ਜਿਹੜਾ ਤੁਹਾਡਾ पर सेकंड है। बेटा जी ਤੁਹਾਨੂੰ डिस्टेंस ਦਿੱਤਾ ਹੋਇਆ 10 मीटर, ठीक है। एस ਤੁਹਾਨੂੰ ਦਿੱਤਾ ਹੈ 10 मीटर, ਤੁਸੀਂ ਉਹਦੇ ਨਾਲ ਮੁੱਢਲਾ ਵੇਗ ਅੰਤਿਮ ਵੇਗ ਸਾਰਾ ਕੁਝ ਕੱਢ ਕੇ ਦੇ ਸਕਦੇ ਹੋ। ਪਰ ਜਿਹੜੀ ਤੁਹਾਡੀ ਫਾਈਨਲ ਵੈਲੋਸਿਟੀ ਹੈ ਨਾ, ਉੱਥੇ ਕੀ ਕਿਹਾ ਕਿ ਇੱਕ ਵਸਤੂ ਨੂੰ 10 मीटर ਦੀ ਉਚਾਈ ਤੱਕ ਸੁੱਟਿਆ ਜਾਂਦਾ ਹੈ, ਤਾਂ ਇਸ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੋਏਗਾ? ਜਦੋਂ ਤੁਹਾਡੀ ਫਾਈਨਲ ਵੈਲੋਸਿਟੀ ਹੋ ਜਾਏਗੀ ਉਹ ਹੋ ਜਾਏਗੀ 0, ਕਿਉਂਕਿ ਇੱਕ ਜਗ੍ਹਾ ਜਾ ਕੇ ਵਸਤੂ ਉੱਪਰ ਸਟਾਪ ਕਰ ਜਾਏਗੀ। ਇਹਦਾ मतलब ਜਿਹੜੀ ਐਕਸਲੇਸ਼ਨ ਟੂ ਜਦੋਂ ਵੀ ਉੱਪਰ ਨੂੰ ਜਾਂਦੇ ਹਾਂ ਅਸੀਂ, ਤੇ ਜਿਹੜੀ ਪ੍ਰਵੇਗ ਹੈ ਯਾਨੀ ਐਕਸਲਰੇਸ਼ਨ ਹੈ ਉਹਨੂੰ ਹਮੇਸ਼ਾ ਆਪਾਂ ਨੈਗੇਟਿਵ ਲੈਂਦੇ ਹਾਂ। ਕੀ ਲੈਂਦੇ ਹਾਂ? ਨੈਗੇਟਿਵ ਲੈਂਦੇ ਹਾਂ। ਇਹਦਾ मतलब ਆ ਸਟੇਟਮੈਂਟ ਉਹਨੇ ਕਿਹਾ ਕਿਹੜੀ ਸਟੇਟਮੈਂਟ ਨਹੀਂ ਹੋ ਸਕਦੀ? ਪ੍ਰਵੇਗ ਜਿਹੜਾ ਹੈ ਉਹ ਤੁਹਾਡਾ ਪਲੱਸ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉੱਤੇ ਨੂੰ ਜਾਣ ਲੱਗੇ ਪ੍ਰਵੇਗ ਨੂੰ ਆਪਾਂ ਹਮੇਸ਼ਾ ਨੈਗੇਟਿਵ ਲੈਂਦੇ ਹਾਂ। अगले क्वेश्चन की गल करांगी। उछाल बल किहड़े कारक ते निर्भर करता है? वस्तु की पुंज, द्रव की घनता कि वस्तु का भार। तो मैं कल की असाइनमेंट बहुत क्लीयर कर दिता तुहानूं कि जिहड़ा उछाल बल है वो द्रव की घनता ते डिपेंड करता है, डेंसिटी ऑफ फ्लूइड ते डिपेंड करता है। 15वें क्वेश्चन की गल करते हैं। सापेक्षक घनता नूं परिभाषित किया जा सकता है, यानी कि जिहड़ी रिलेटिव डेंसिटी है उन्होंने सॉरी सापेक्षक घनता इत्थे हाँ जी बिल्कुल जिहड़ी डेंसिटी उन्होंने किद्दां आपां एक्सप्लेन कर सकते हैं? पदार्थ की घनता ते हवा की घनता का अनुपात, पदार्थ की घनता ते पानी की घनता का अनुपात, इसकी कोई इकाई नहीं है बी अते सी। बेटा जी बिल्कुल सही है। हुणे आपां उत्ते क्वेश्चन कीता जिहड़ा रिलेटिव डेंसिटी है आपां की कहंदे सी डेंसिटी ऑफ मैटर ओवर डेंसिटी ऑफ वाटर, ते कोई इहदी इकाई नहीं है। ते डी मतलब दोनों बी एंड सी बोथ डज नॉट हैव ते दैट इट हैज़ नॉट एनी यूनिट। और उस तो बाद आप ये भी कह सकते हैं कि इट इज़ जस्ट अ रेशियो ऑफ योर डेंसिटी ऑफ मैटर टू द डेंसिटी ऑफ वाटर। 16th क्वेश्चन की गल करांगे। खलाव विच सुतंत्र डिगदी वस्तुओं की एक समान चाल हुंदी है, एक समान वेग हुंदा है, एक समान बल हुंदा है। तो बेटा जी मैं पहले ही तुहानूं दसदा कि एक समान प्रवेग हुंदा है जी। मतलब जिद्दां आपां कहने हाँ कि नो एयर च कोई एयर ड्रैग नहीं हुंदा। देयर हैव मतलब जिहड़ी है वो खला जो आप कोई दो वस्तुआं डिगदियां ना, खला मीनस वैक्यूम है ना। वैक्यूम च जो दोनों वस्तुआं डिगदियां, मान लो एक तुसी कॉटन ले ली ते एक तुसी रून ले ली। इहदा बड़ा एक एक्सपैरीमेंट पहले भी आंदा सी। कॉटन ले ली ते एक तुसी मान लो ले ली आयरन ले ली, तो तुसी दोनों नूं वैक्यूम च सुट्टिया तो बेटा जी तुहानूं ये पता कि उत्थे कोई एयर ड्रैग नहीं लग रहा। तो इहदा मतलब दे हैव सेम एक्सीलेशन, उन्हां दा जिहड़ा प्रवेग है वो एक समान होएगा। ठीक है। चलो जी 17 क्वेश्चन की गल करते हैं। दो वस्तुआं जिन्हां विचकार दूरी आर होवे ਤਾਂ ਉਹਨਾਂ ਵਿਚਕਾਰ ਲੱਗ ਰਿਹਾ ਗੁਰਤਾਕਰਸ਼ਕ ਬਲ ਸਿੱਧਾ ਅਨੁਪਾਤੀ ਹੈ। बेटा जी मैं तुहानूं पहले ही दसता है F इज इक्वल्स टू जी एम ओवर एम आर स्केयर। तो यदा मतलब F इज इनवर्सली प्रपोर्शनल टू द आर स्केयर कि दो वस्तुआं जिन्हां विचकार दूरी आर है तो उन्हां विच जिहड़ा लग रहा बल है वो सिद्धा अनुपाती है तुहाडे किते आर 1/r स्केयर दे। ठीक है जी। ਇਹਦਾ आंसर की आ गया ਤੁਹਾਡਾ जी? ਉਹਨੇ ਸਿੱਧਾ बल ਜਿਹੜਾ है सिद्धा अनुपाती ਹੋਵੇਗਾ 1/r स्केयर ਦੇ। चलो जी अगली गल करते हैं 18th क्वेश्चन की। की क्वेश्चन है जेकर जी गुरुत्विक प्रवेग है तो प्रोजैक्टाइल द्वारा तय किया लंबकारी रस्ता जिस दौरान समा टी लगता है इसनूं दर्शाया जाता है। बेटा जी तुहानूं पता है कि जो प्रोजैक्टाइल द्वारा आपां दूरी करते हैं, मान लो कि UV जिहड़ी है 0 है तो जिहड़ी तुहाडी आपां AY कहने ना, जिहड़ी आपां मान लो कि कोई भी फॉर्मूला आपां इत्थे नोट करते हैं जिहड़ी तुहाडी इनिशियल है वो 0 है तो AY की है जी, एक्सीलेशन की है G है। तो तुहानूं फॉर्मूला तुसीं सिंपल ला सकते हो, दिस इज UYT प्लस हाफ AYT स्केयर। ठीक है ना। तो SY की हो गया जी UY तो 0 है। ठीक है जी। तो हाफ AYT स्केयर, इसका मतलब SY किहदे बराबर हो गया जी हाफ जिहड़ा तुहाडा है दैट इज GT
ਸਕੇਅਰ। ਤੇ ਇਟ ਇਜ਼ ਵੈਰੀ ਸਿੰਪਲ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈ। ਇਹ ਕਿਹਦੇ ਬਰਾਬਰ ਹੋ ਗਿਆ, ਹਾਫ GT ਸਕੇਅਰ, ਕਿਉਂਕਿ ਤੁਸੀਂ ਜਦੋਂ ਪ੍ਰੋਜੈਕਟਾਈਲ ਦੁਆਰਾ ਤੈਅ ਕੀਤੀ ਲੰਬਾਤਮਕ ਦੂਰੀ ਦਾ ਜਿਹੜਾ ਤੁਸੀਂ ਸਮਾਂ t ਦੇ ਵਿੱਚ ਲਿਖਣਾ ਹੈ ਤਾਂ ਤੁਸੀਂ ਲਿਖ ਸਕਦੇ ਹੋ ਦੈਟ ਇਜ਼ g ਐਕਸੀਲੇਸ਼ਨ ਡਿਊ ਟੂ ਗ੍ਰੈਵਿਟੀ, ਔਰ ਉਹਦੇ ਕਰਕੇ ਉਹਦਾ s ਜਿਹੜਾ ਹੈ ਉਹ ਕੀ ਆ ਗਿਆ ਜੀ, ਹਾਫ AGT ਸਕੇਅਰ। ਉੱਪਰ ਵੱਲ ਸੁੱਟੀ ਗਈ ਵਸਤੂ ਉੱਪਰ ਲੱਗ ਰਹੇ ਗੁਰਤਵੀ ਪ੍ਰਵੇਗ ਨੂੰ ਅਸੀਂ ਕਿੱਦਾਂ ਕਰਦੇ ਹਾਂ ਜੀ, ਜਿਹੜੀ ਵਸਤੂ ਆਪਾਂ ਉੱਪਰ ਨੂੰ ਸੁੱਟ ਰਹੇ ਹਾਂ ਤਾਂ ਤੁਹਾਨੂੰ ਮੈਂ ਪਹਿਲੇ ਹੀ ਦੱਸ ਚੁੱਕੀ ਹਾਂ ਜਿਹੜਾ ਗੁਰਤਵਿਕ ਪ੍ਰਵੇਗ ਉਹਦਾ ਹੋਏਗਾ -9.8 ਮੀਟਰ ਪਰ ਸੈਕਿੰਡ ਹੋਏਗਾ। ਕਿਉਂ? ਕਿਉਂਕਿ ਜਦੋਂ ਬਾਡੀ ਆਪਾਂ ਵਰਟੀਕਲੀ ਅਪਵਰਡ ਵੱਲ ਆਪਾਂ ਜਿਹੜੀ ਥਰੋ ਕਰਨੀ ਹੈ ਤਾਂ ਜਿਹੜੀ ਵੈਲੋਸਿਟੀ ਹੈ ਉਹ ਕੀ ਹੁੰਦਾ ਹੈ ਜੀ, ਵੇਗ ਕੀ ਹੁੰਦਾ ਹੈ, ਡਿਕਰੀਜ਼ ਕਰਦਾ, ਘਟਦਾ। ਸੋ ਐਕਸੀਲੇਸ਼ਨ ਡਿਊ ਟੂ ਦਾ ਗ੍ਰੈਵਿਟੀ ਜਿਹਨੂੰ ਆਪਾਂ ਹਮੇਸ਼ਾ ਕੀ ਕਹਿੰਦੇ ਆ, ਨੈਗੇਟਿਵ ਲੈਂਦੇ ਆ। ਕੀ ਲੈਂਦੇ ਆ ਜੀ, ਨੈਗੇਟਿਵ, ਦੈਟ ਇਜ਼ -9.8 ਮੀਟਰ ਪਰ ਸੈਕਿੰਡ ਸਕੇਅਰ। ਅਗਲੀ ਗੱਲ ਕਰਾਂਗੇ G ਤੇ G ਦੀ ਇਕਾਈ ਕੱਢਣ ਨੂੰ ਕਿਹਾ ਤੁਹਾਨੂੰ, G/G ਦੀ ਇਕਾਈ, ਤਾਂ ਉਹਦੇ ਵਿੱਚ ਆਪਾਂ ਕੀ ਕਰਾਂਗੇ ਜੀ, ਤੁਹਾਨੂੰ ਪਤਾ ਹੈ G = GM/r ਸਕੇਅਰ, ਤੇ G/G ਦੀ ਇਕਾਈ ਕੱਢਣੀ ਹੈ ਤਾਂ r²/m। r ਤੁਹਾਡਾ ਕੀ ਹੈ, ਰੇਡੀਅਸ, ਤੇ m ਤੁਹਾਡਾ ਕੀ ਹੈ, ਮਾਸ, ਤੇ ਤੁਸੀਂ ਇਹਦੀ ਇਕਾਈ ਈਜ਼ੀਲੀ ਕੱਢ ਸਕਦੇ ਹੋ m²/kg। ਠੀਕ ਹੈ, ਰੇਡੀਅਸ ਮੀਟਰ ਸਕੇਅਰ ਬਾय kg ਦੈਟ ਇਜ਼ ਕਿਲੋਗ੍ਰਾਮ। ਠੀਕ ਹੈ, ਇਹਦਾ ਆਪਸ਼ਨ ਕੀ ਹੈ, B ਜੀ, B 'ਚ ਹੈਗੀ ਹੈ ਮੀਟਰ ਸਕੇਅਰ ਪਰ ਕਿਲੋਗ੍ਰਾਮ। 21ਵੇਂ ਕੁਐਸਚਨ ਦੀ ਗੱਲ ਕਰਾਂਗੇ, ਸਥਿਰ ਧਰੂਵੀ ਉਪਗ੍ਰਹਿ ਦਾ ਘੁੰਮਣ ਕਾਲ ਕਿੰਨਾ ਹੁੰਦਾ ਹੈ। ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਮਤਲਬ ਜਿਹੜਾ ਸਥਿਰ ਧਰੂਵੀ ਉਪਗ੍ਰਹਿ ਹੁੰਦਾ ਨਾ ਉਹਦਾ ਘੁੰਮਣ ਕਾਲ ਕਿੰਨਾ ਹੁੰਦਾ, ਕੋਈ ਜੀਓ ਸਟੇਸ਼ਨਰੀ ਜਿੱਦਾਂ ਸੈਟੇਲਾਈਟ ਹੈ ਤਾਂ ਅਰਥ ਦੀ ਰੋਟੇਸ਼ਨ ਦੇ ਉਹਦਾ ਸੇਮ ਹੁੰਦਾ ਜੀ। ਅਰਥ ਦੀ ਰੋਟੇਸ਼ਨ ਕਿੰਨੀ ਹੁੰਦੀ ਜੀ, ਅਰਥ ਦੀ ਰੋਟੇਸ਼ਨ ਹੁੰਦੀ 24 ਆਵਰਸ, ਨੀਅਰਲੀ ਹੁੰਦੀ 23 ਆਵਰਸ 56 ਮਿੰਟਸ, ਹੈ ਨਾ। ਤੇ ਜਿਹੜਾ ਜੀਓ ਸਟੇਸ਼ਨਰੀ ਸੈਟੇਲਾਈਟ ਹੈ ਉਹ ਵੀ ਤੁਹਾਨੂੰ ਬਿਲਕੁਲ ਆਪਾਂ ਉਹ ਸਿੰਕਰੋਨਾਈਜੇਸ਼ਨ 'ਚ ਛੱਡਦੇ ਹਾਂ, ਤੇ ਉਹ ਬਿਲਕੁਲ ਅਰਥ ਦੀ ਜਿੰਨੀ ਰੋਟੇਸ਼ਨ ਅਰਥ ਆਪਣੀ ਐਕਸਿਸ ਤੇ ਪੂਰੀ ਕਰਦੀ ਹੈ ਨਾ 24 ਘੰਟੇ 'ਚ ਇੱਕ, ਮਤਲਬ ਜਿੱਦਾਂ ਉਹ 24 ਆਵਰਸ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ, ਤੇ ਇਸੇ ਲਈ ਸਾਡਾ ਉੱਤਰ ਕੀ ਹੈ, C ਦੈਟ ਇਜ਼ 24 ਆਵਰਸ। 22 ਕੁਐਸਚਨ ਦੀ ਗੱਲ ਕਰਾਂਗੇ, ਸਪੇਸਸ਼ਿਪ ਵਿੱਚ ਕਿਸ ਘੜੀ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਕੁਆਰਟਸ ਘੜੀ ਦੀ, ਬਿਜਲਈ ਘੜੀ ਦੀ, ਆਟੋਮੈਟਿਕ ਘੜੀ ਦੀ, ਪੈਂਡਲਮ ਘੜੀ ਦੀ। ਬੇਟਾ ਜੀ ਬੜਾ ਸਿੰਪਲ ਜਿਹਾ ਕੁਐਸਚਨ ਹੈ ਕਿ ਸਪੇਸਸ਼ਿਪ 'ਚ ਤੁਸੀਂ ਕਿਹੜੀ ਘੜੀ ਦੀ ਇਸਤੇਮਾਲ ਨਹੀਂ ਕਰੋਗੇ। ਆ ਮੈਂ ਬਣਾਇਆ ਹੈ ਕੁਝ, ਪੈਂਡਲਮ ਦੀ ਘੜੀ ਦਾ ਇਸਤੇਮਾਲ ਕਿਉਂ ਨਹੀਂ ਕਰਦੇ ਹੋ ਕਿ ਤੁਹਾਨੂੰ ਪਤਾ ਜੀ ਜਿਹੜਾ ਪੈਂਡਲਮ ਹੈ ਨਾ, ਦਾ ਟਾਈਮ ਪੀਰੀਅਡ ਆਫ ਪੈਂਡਲਮ ਜਿਹੜਾ ਉਹ ਗ੍ਰੈਵਿਟੀ ਤੇ ਡਿਪੈਂਡ ਕਰਦਾ ਹੈ। ਜਿਹੜਾ ਇਹਦਾ ਟਾਈਮ ਪੀਰੀਅਡ ਹੈ ਪੈਂਡਲਮ ਦਾ ਉਹ ਕਿਤੇ ਡਿਪੈਂਡ ਕਰਦਾ ਹੈ ਜੀ, ਉਹ ਗ੍ਰੈਵਿਟੀ ਤੇ ਡਿਪੈਂਡ ਕਰਦਾ ਹੈ ਨਾ। ਐਂਡ ਮੇਨਲੀ ਵਰਕਸ ਔਨ ਅ ਲੋਕਲ ਗ੍ਰੈਵਿਟੀ, ਕਿ ਗ੍ਰੈਵਿਟੀ ਜਿੱਦਾਂ ਮਤਲਬ ਜਿੱਥੇ ਜਿੰਨੀ ਗ੍ਰੈਵਿਟੀ ਹੋਏਗੀ ਉਸ ਹਿਸਾਬ ਨਾਲ ਪੈਂਡਲਮ ਜਿਹੜਾ ਰੋਟੇਟ ਕਰੇਗਾ। ਪਰ ਜਿਹੜੀ ਪੈਂਡਲਮ ਦੀ ਕਲੌਕ ਹੈ ਉਹ ਸੈਟੇਲਾਈਟ 'ਚ ਕਰੈਕਟ ਤੁਹਾਨੂੰ ਟਾਈਮ ਨਹੀਂ ਦੇਗੀ। ਕਿਉਂ? ਕਿਉਂਕਿ ਜਦੋਂ ਤੁਸੀਂ ਉੱਪਰ ਨੂੰ ਜਾਓਗੇ ਤਾਂ G ਦੀ ਵੈਲਿਊ ਕੀ ਹੈ, ਚੇਂਜ ਹੁੰਦੀ ਰਹੇਗੀ। ਇਹਦਾ ਮਤਲਬ ਆਪਾਂ ਪੈਂਡਲਮ ਘੜੀ ਨੂੰ ਸਪੇਸਸ਼ਿਪ 'ਚ ਨਹੀਂ ਬਦਲ ਸਕਦੇ, ਨਹੀਂ ਯੂਜ਼ ਕਰ ਸਕਦੇ। ਠੀਕ ਹੈ ਨਾ, ਕਿਉਂ? ਬਿਕੋਜ਼ ਟਾਈਮ ਪੀਰੀਅਡ ਆਫ ਪੈਂਡਲਮ ਇਜ਼ ਡਿਪੈਂਡ ਅਪਨ ਗ੍ਰੈਵਿਟੀ, ਤੇ ਗ੍ਰੈਵਿਟੀ ਜਿੱਦਾਂ ਜਿੱਦਾਂ ਤੁਸੀਂ ਉੱਪਰ ਜਾਓਗੇ ਮਤਲਬ ਉਹ ਚੇਂਜ ਹੁੰਦੀ ਜਾਏਗੀ। ਠੀਕ ਹੈ, 23rd ਕੁਐਸਚਨ ਦੀ ਗੱਲ ਕਰਦੇ ਹਾਂ, ਉਪਗ੍ਰਹਿ ਦੁਆਰਾ ਕੀਤਾ ਗਿਆ ਕਾਰਜ ਕਿੰਨਾ ਹੋਵੇਗਾ ਜੀ, ਅਨੰਤ, 0, ਇਕਾਈ ਮਾਤਰ, ਰਿਣਾਤਮਕ। ਤੁਹਾਨੂੰ ਪਤਾ ਜੀ ਕਾਰਜ ਕੀ ਹੁੰਦਾ ਹੈ, ਬੇਸਿਕਲੀ ਦਿਸ ਇਜ਼ ਫੋਰਸ ਇਨਟੂ ਡਿਸਪਲੇਸਮੈਂਟ। ਉਪਗ੍ਰਹਿ ਨੇ ਕੀ ਕਰਨਾ ਜੀ, ਘੁੰਮਣਾ, ਹੈ ਨਾ। ਠੀਕ ਹੈ, ਉਪਗ੍ਰਹਿ ਨੇ ਕੀ ਕਰਨਾ, ਘੁੰਮਣਾ। ਜਦੋਂ ਉਹ ਘੁੰਮਿਆ ਤੇ ਉਸੇ ਪੋਜੀਸ਼ਨ ਤੇ ਵਾਪਸ ਆ ਗਿਆ ਤੇ ਇਹਦਾ ਮਤਲਬ ਤੁਹਾਡਾ S ਕੀ ਹੋ ਗਿਆ, ਡਿਸਪਲੇਸਮੈਂਟ ਕੀ ਹੋ ਗਈ, 0। ਇਹਦਾ ਮਤਲਬ ਵਰਕ ਡਨ ਕੀ ਹੋ ਗਿਆ, ਫੋਰਸ ਇਨਟੂ 0, ਐਂਡ ਦੈਟ ਇਜ਼ ਵਰਕ ਡਨ ਇਜ਼ ਇਕੁਅਲਸ ਟੂ 0। ਇਹਦਾ ਮਤਲਬ ਤੁਹਾਡਾ ਆਨਸਰ ਕੀ ਆ ਗਿਆ ਜੀ, 23rd ਦਾ B। ਚਲੋ ਜੀ 24th ਕੁਐਸਚਨ ਦੀ ਗੱਲ ਕਰਾਂਗੇ। 24th ਕੁਐਸਚਨ ਹੈ ਤੁਹਾਡਾ ਕਿ I ਲੰਬਾਈ ਦਾ ਇੱਕ ਭਾਰਾ ਸਿਲੰਡਰ ਉੱਚ ਘਣਤਾ ਵਾਲੇ ਦਰਵ ਵਿੱਚੋਂ ਹੌਲੀ ਹੌਲੀ ਬਾਹਰ ਕੱਢਣ ਤੇ ਇਸ ਦੇ ਭਾਰ ਵਿਚਲੀ ਬਦਲਾਅ ਸਾਨੂੰ ਕਿਵੇਂ ਮਹਿਸੂਸ ਹੋਏਗਾ। ਕੋਈ ਤੁਸੀਂ I ਲੰਬਾਈ ਦਾ ਭਾਰਾ ਸਿਲੰਡਰ ਨਾ ਉੱਚ ਘਣਤਾ ਵਾਲੇ ਦਰਵ ਵਿੱਚੋਂ ਹੌਲੀ ਹੌਲੀ ਬਾਹਰ ਕੱਢਣਾ। ਜਦੋਂ ਤੁਸੀਂ ਉਹਨੂੰ ਹੌਲੀ ਹੌਲੀ ਬਾਹਰ ਕੱਢੋਗੇ ਤਾਂ ਉਹਦੀ ਜਿਹੜੀ ਬੁਆਇੰਟ ਫੋਰਸ ਹੈ, ਤੁਹਾਨੂੰ ਇਹ ਪਤਾ ਹੈ ਕਿ ਜਿਹੜੀ ਬਾਇੰਟ ਫੋਰਸ ਹੈ ਉਹ ਕੀ ਕਰਦੀ ਹੈ, ਉਹ ਥੱਲੇ ਨੂੰ ਲੱਗਦੀ ਹੈ ਨਾ। ਜਿਹੜੀ ਬਾਇੰਟ ਫੋਰਸ ਹੈ ਉਹ ਵਸਤੂ ਤੇ ਲੱਗਦੀ ਹੈ, ਤੇ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਉਹ ਵਸਤੂ ਨੂੰ ਖਿੱਚਦੀ ਹੈ ਨਾ। ਹੁਣ ਜਦੋਂ ਤੁਸੀਂ ਸਿਲੰਡਰ ਨੂੰ ਬਾਹਰ ਕੱਢੋਗੇ ਤਾਂ ਜਿਹੜੀ ਬੁਆਇੰਸੀ ਹੈ ਉਹ ਕੱਟੀ ਜਾਏਗੀ। ਕਿਉਂ? ਕਿਉਂਕਿ ਉਹ ਜਿਹੜੀ ਹੈ ਉਹ ਸਿਲੰਡਰ ਬਾਹਰ ਆਈ ਜਾਏਗਾ। ਇਹਦਾ ਮਤਲਬ ਲਗਾਤਾਰ ਤੁਹਾਨੂੰ ਉਹ ਜਿਹੜਾ ਸਿਲੰਡਰ ਹੈ ਉਹ ਭਾਰਾ ਲੱਗੇਗਾ, ਕਿਉਂਕਿ ਉਹ ਤੁਹਾਡੀ ਉੱਚ ਘਣਤਾ ਵਾਲੇ ਦਰਵ ਵਿੱਚੋਂ ਹੌਲੀ ਹੌਲੀ ਬਾਹਰ ਕੱਢਣ ਤੇ ਉਹਦਾ ਭਾਰ ਕੀ ਹੋ ਜਾਏਗਾ ਜੀ, ਤੁਹਾਡਾ ਵੱਧ ਹੋ ਜਾਏਗਾ। ਵੈਸੇ ਵੀ ਉਹਦਾ ਭਾਰ ਜਿਹੜਾ ਹੈ ਵੱਧ ਹੋ ਜਾਏਗਾ, ਕਿਉਂਕਿ ਜਿਹੜੀ ਬੁਆਇੰਸੀ ਉਹ ਕੀ ਹੋ ਜਾਏਗੀ, ਉਹ ਘੱਟ ਹੋ ਜਾਏਗੀ। ਇਹਦਾ ਮਤਲਬ ਲਗਾਤਾਰ ਤੁਹਾਨੂੰ ਉਸਦਾ ਭਾਰ ਵੱਧ ਲੱਗੇਗਾ ਜਦੋਂ ਤੱਕ ਇਸ ਨੂੰ ਤੁਸੀਂ ਪੂਰਾ ਬਾਹਰ ਨਹੀਂ ਕੱਢ ਲੈਂਦੇ। ਚਲੋ ਜੀ 25th ਕੁਐਸਚਨ ਦੀ ਗੱਲ ਕਰਦੇ ਹਾਂ। 2 ਸੈਂਟੀਮੀਟਰ ਸਕੁਅਰ ਤੇ 3 ਸੈਂਟੀਮੀਟਰ ਸਕੁਅਰ ਦੀ ਪੂਰੀ ਤਰ੍ਹਾਂ ਖਿੱਚੀਆਂ ਹੋਈਆਂ ਝਿੱਲੀਆਂ ਨੂੰ ਪਾਣੀ ਵਿੱਚ ਇੱਕ ਸਮਾਨ ਡੁਬੋਣ ਨਾਲ ਇਹਨਾਂ ਤੇ ਲੱਗ ਰਹੇ
ਦਬਾਅ ਦਾ ਅਨੁਪਾਤ ਕੀ ਹੋਏਗਾ ਜੀ 2 ਸੈਂਟੀਮੀਟਰ ਸਕੁਅਰ ਤੇ 3 ਸੈਂਟੀਮੀਟਰ ਸਕੁਅਰ ਦੀਆਂ ਤੁਸੀਂ ਖਿੱਚੀਆਂ ਹੋਈਆਂ ਝਿੱਲੀਆਂ ਪਾਣੀ ਵਿੱਚ ਇੱਕ ਸਮਾਨ ਡੁਬੋਣੀਆਂ ਦੇਖੋ ਤੁਸੀਂ ਹੁਣ ਪਾਣੀ 'ਚ ਇੱਕ ਸਮਾਨ ਡੁਬੋਣੀਆਂ ਇਹਦਾ ਮਤਲਬ ਪ੍ਰੈਸ਼ਰ ਇਜ਼ ਇਕੁਅਲਸ ਟੂ ਰੋ ਜੀ ਐਚ ਹੈ ਨਾ ਜਿਹੜਾ ਪ੍ਰੈਸ਼ਰ ਤੁਹਾਡਾ ਹੁਣ ਇੱਕੋ ਸਮਾਨ ਤੁਸੀਂ ਡੁਬੋ ਰਹੇ ਹੋ ਯਾਨੀ ਹਾਈਟ ਇਜ਼ ਸੇਮ ਠੀਕ ਹੈ ਨਾ ਇਹਦਾ ਮਤਲਬ ਉਹਨਾਂ ਤੇ ਲੱਗ ਰਿਹਾ ਦਬਾਅ ਵੀ ਕੀ ਹੋਏਗਾ ਯੂ ਨੋ ਪ੍ਰੈਸ਼ਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਚ ਜਦ ਹਾਈਟ ਸੇਮ ਤੋਂ ਤੁਸੀਂ ਦੋਨਾਂ ਨੂੰ ਮਤਲਬ ਖਿੱਚ ਰਹੇ ਹੋ ਸਿਰਫ ਉਹਨਾਂ ਦਾ ਕੀ ਡਿਫਰੈਂਸ ਹੈ ਜਾਂ ਪੂਰੀ ਤਰ੍ਹਾਂ ਖਿੱਚੀਆਂ ਹੋਈਆਂ ਝਿੱਲੀਆਂ ਪਾਣੀ ਨੂੰ ਇੱਕ ਸਮਾਨ ਡਬੋਣ ਨਾਲ ਇਹਨਾਂ ਤੇ ਲੱਗੇ ਦਬਾਅ ਦਾ ਅਨੁਪਾਤ ਕੀ ਹੋਏਗਾ obvious ਹੈ ਕਿ ਜਦੋਂ ਤੁਸੀਂ ਕੀ ਕਰੋਗੇ ਦੋ ਮੈਂਬਰੇਨ ਕੋਈ ਵੀ ਪਲੇਸ ਕਰੋਗੇ whatever their ਏਰੀਆ ਭਾਵੇਂ 2 ਹੋਵੇ ਭਾਵੇਂ 3 ਹੋਵੇ ਉਹਨਾਂ ਨੂੰ ਸੇਮ ਡੈਪਥ ਤੇ ਜੇ ਤੁਸੀਂ ਲੈ ਕੇ ਜਾਣਾ ਹੈ ਕਿਸੇ ਵੀ ਲਿਕੁਇਡ 'ਚ ਹਨਾ ਸੇਮ ਡੈਪਥ ਤੇ ਸੇਮ ਗਹਿਰਾਈ ਤੇ ਕਿਸੇ ਵੀ ਲਿਕੁਇਡ 'ਚ ਤਾਂ ਪ੍ਰੈਸ਼ਰ ਔਨ ਦਾ ਜਿਹੜਾ ਮੈਂਬਰ ਹੈ ਨਾ ਉਹ ਸੇਮ ਹੀ ਰਹੇਗਾ ठीक है और ਇਹਦਾ मतलब सेम रहेगा ਇਹਦਾ मतलब ना 2:3 ना 3:2 ना 22:23 इट इज 1:1 ठीक है जी चलो जी 26th क्वेश्चन है एक लड़का पत्थर नाल बन के ਇਹ ਘੁਮਾ ਰਿਹਾ ਹੈ ਇਸ ਨੂੰ ਇੱਕ ਲੜਕਾ ਪੱਥਰ ਨੂੰ ਧਾਗੇ ਨਾਲ ਬੰਨ ਕੇ ਘੁਮਾ ਰਿਹਾ ਇਸ ਦੌਰਾਨ ਧਾਗਾ ਟੁੱਟ ਜਾਣ ਕਾਰਨ ਪੱਥਰ ਦੀ ਗਤੀ ਕੀ ਹੋਵੇਗੀ ਇਹ ਚੱਕਰਾਕਾਰ ਗਤੀ ਕਰਦਾ ਰਹੇਗਾ ਚੱਕਰ ਦੇ ਕੇਂਦਰ ਤੋਂ ਸਿੱਧੀ ਰੇਖਾ ਵੱਲ ਗਤੀ ਕਰੇਗਾ ਚੱਕਰਾਕਾਰ ਪਥ ਦੇ ਟੇਜਟ ਤੋਂ ਸਿੱਧੀ ਰੇਖਾ ਵਿੱਚ ਰਹੇਗਾ ਲੜਕੇ ਤੋਂ ਦੂਰ ਅਤੇ ਚੱਕਰਾਕਾਰ ਪਥ ਦੇ ਲੰਬਕਾਰ ਦਿਸ਼ਾ ਵਿੱਚ ਗਤੀ ਕਰੇਗਾ ਬੇਟਾ ਜੀ ਕੋਈ ਵੀ ਅਗਰ ਤੁਸੀਂ ਜਦੋਂ ਸੁੱਟੋਗੇ ਉਹਨੂੰ ਗੋਲੇ 'ਚ ਤਾਂ ਆਬਵੀਅਸ ਹੈ ਕਿ ਉਹ ਟੇਂਜੈਂਸ਼ਨਲ ਹੋਏਗਾ ਟੇਂਜੈਂਸ਼ਨਲ मतलब टेंजेंट ਹੋਏਗਾ टू सर्कुलर पाथ ठीक है जी तो ਇਹਦਾ मतलब ਇਹ ਤੁਹਾਡੀ ਕਿਹੜੀ ਆਪਸ਼ਨ ਸਹੀ ਹੋਈ ਚੱਕਰਾਕਾਰ ਪਥ ਤੇ ਟੇਂਜੈਂਟ ਸਿੱਧੀ ਰੇਖਾ ਵਿੱਚ ਰਹੇਗਾ 27th क्वेश्चन ਦੀ ਗੱਲ ਕਰਾਂਗੀ ਦੋ ਵਸਤੂਆਂ ਵਿਚਕਾਰ ਲੱਗ ਰਿਹਾ ਆਕਰਸ਼ਕ ਬਲ ਕਿਸ ਕਾਰਕ ਤੇ ਨਿਰਭਰ ਨਹੀਂ ਕਰਦਾ ਉਹਨੇ ਪੁੱਛਿਆ ਜੀ ਦੂਰੀ ਤੇ ਪੁੰਜਾਂ ਦਾ ਗੁਣਨਫਲ ਤੇ ਪੁੰਜਾਂ ਦੇ ਜੋੜਾਂ ਤੇ ਗੁਰਤਾਵਕ ਆਕਰਸ਼ਣ ਤੇ ਸਥਿਰਤਾ ਤੇ ਸਾਨੂੰ ਇਹ ਪਤਾ ਹੈ F = G m/m r²। ਇਹਨੂੰ ਕੀਤੇ ਨਹੀਂ ਜੋੜ ਤੇ ਨਹੀਂ ਚਲੋ ਜੀ 28 क्वेश्चन ਦੀ ਗੱਲ ਕਰਾਂਗੀ 28 क्वेश्चन है न्यूटन का गुरुत्वाकर्षक बल का नियम लागू होंदा सिर्फ सूरजी परिवार ते सिर्फ धरती ते पईयां वस्तुआं ते सिर्फ ग्रहां ते बार-बार असाइनमेंट च सारे ब्रह्मंड पिंडां ते बार-बार असाइनमेंट च आपां यही गल कीती सी कि इट डिपेंड अपॉन जिहड़ा है ऑल ते ठीक है सारे ब्रह्मंड पिंडां ते ठीक है जी द्रव की सतह ते पई वस्तु की लंब दिशा विच लग रहे बल नूं की कहंदे ने की कहंदे आ बेटा जी द्रव की सतह ते जिहड़ा की कहंदे जी लंब दिशा विच लग रहे बल नूं की कहंदे बेटा जी वैसे तो आपां थ्रस्ट ही कहंदे आ सतह जिहड़ा बल ही कहंदे आ पर हुण इत्थे द्रव आ गया तो वी यूज उछाल बल और जिन्हों आपां बॉयंसी कहंदे आ ठीक है 30th क्वेश्चन थोड़ा जिहा देखण वाला है थोड़ा जिहा समझण वाला है इनू माड़ा जिहा ध्यान नाल देखियो 800 किलोग्राम मीटर पर क्यूब घनता का ठोस सिलेंडर पानी की सतह ते तैर रहा सी किन्ने जी 800 किलोग्राम मीटर पर क्यूब का घनता यानी डेंसिटी ਉਹਦੀ ਦਿੱਤੀ ਹੋਈ ਹੈ ਜੀ ਤੇ ਤੈਰ ਰਿਹਾ ਸੀ ਸਿਲੰਡਰ ਦੀ ਘਨਤਾ ਦਾ ਪ੍ਰਤੀਸ਼ਤ ਪਾਣੀ ਤੋਂ ਬਾਹਰ ਕਿੰਨਾ ਹੋਵੇਗਾ ਤੁਹਾਨੂੰ ਇਹ ਪਤਾ ਹੈ ਕਿ ਸੋਲਿਡ ਦਾ ਉਹਨਾਂ ਨੇ ਦੇ ਦਿੱਤਾ ਠੀਕ ਹੈ ਜੀ ਤੇ ਲਿਕੁਇਡ ਦਾ ਹੁਣੇ ਆਪਾਂ ਪਾਣੀ ਦਾ ਇੱਕ ਨੂਮੈਰੀਕਲ ਕੀਤਾ ਵੀ ਸੀ ਔਰ ਆਪਾਂ ਉੱਥੇ ਕਿਹਾ ਸੀ ਕਿ ਪਾਣੀ ਦਾ ਕਿੰਨਾ ਹੁੰਦਾ ਜੀ 1000 ठीक है पानी का 1000 हो गया तो अल्टीमेटली ये कितना आ गया जी 0.8 क्योंकि डेंसिटी ऑफ वाटर कितनी होंगी है DW कितनी होंगी है 1000 ਹੁਣ ਇਨਸਾਈਡ ਵਾਟਰ ਆਪਾਂ ਕੀ ਕਰਨਾ ਜੀ ਇਨਸਾਈਡ ਵਾਟਰ ਦੀ ਜੇ ਮੈਂ ਗੱਲ ਕਰਾਂ ਠੀਕ ਹੈ ਨਾ ਤੇ ਉਹਨੇ ਕਿਹਾ ਕਿ ਆਪਾਂ ਸਿਲੰਡਰ ਦੀ ਘਨਤਾ ਦਾ ਪ੍ਰਤੀ ਪਾਣੀ ਦੇ ਬਾਹਰ ਕੱਢਣਾ ਜੇ ਅੰਦਰ ਪਾਣੀ 'ਚ ਗੱਲ ਕਰਾਂ ਤਾਂ ਮੈਂ 0.8 ਤੁਸੀਂ ਕੀ ਕੱਢਣਾ ਪ੍ਰਤੀਸ਼ਤ ਇਸ ਲਈ ਮੈਨੂੰ 100 ਨਾਲ ਗੁਣਾ ਕੀਤਾ ਜੀ ਉਹ ਕਿੰਨਾ ਆ ਗਿਆ 80% ਪਾਣੀ 'ਚੋਂ 80% ਕਰ ਰਿਹਾ ਤੇ ਆਊਟਸਾਈਡ ਯਾਨੀ ਬਾਹਰ ਕਿੰਨਾ ਕਰੇਗਾ 100 - 80 ਐਂਡ दैट इज योर 20%। Hence option D is correct. देख लो जी that is your 20%. So dear student this is the solution of your whole assignment मैं पूरे numericals ਦੇ ਨਾਲ ਇਹਨੂੰ ਤੁਹਾਨੂੰ ਸਮਝਾਇਆ ਹੈ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਸਮਝ ਆਈ ਹੋਵੇਗੀ ਤੇ NTSC ਦੀ ਤਿਆਰੀ ਤੁਸੀਂ ਇਦਾਂ ਹੀ ਸਾਡੇ ਨਾਲ ਕਰੋਗੇ till then goodbye dear students।